ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਤੁਸੀਂ ਪੰਜਾਬੀ ਰਾਬਤਾ ਟੀਵੀ ਵੇਖ ਰਹੇ ਹੋ। ਮੈਂ ਤੁਹਾਡਾ ਆਪਣਾ ਚਰਨ ਕਮਲ ਸਿੰਘ ਮਾਨ। ਦੋਸਤੋ ਪਿਆਰੇ ਪੰਜਾਬੀਓ, ਮੈਂ ਉਮੀਦ ਕਰਦਾ ਵੀ ਤੁਸੀਂ ਚੜ੍ਹਦੀ ਕਲਾ 'ਚੋਂ ਤੇ ਤੰਦਰੁਸਤ ਹੋ। ਮੈਂ ਦਰਬਾਰ ਸਾਹਿਬ ਪਹੁੰਚਿਆ ਤੁਹਾਡੇ ਨਾਲ। ਕੱਲ੍ਹ ਤੋਂ ਮੈਂ ਲਗਾਤਾਰ ਜੁੜਿਆ ਹੋਇਆ ਤੁਹਾਡੇ ਨਾਲ। ਗੱਲਾਂ ਬਾਤਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ, ਕਿਉਂਕਿ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ ਉਹ ਸਿੰਘਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ 1984 ਵੇਲੇ ਜਦੋਂ ਹਿੰਦ ਦੀ ਜਾਬਰ ਤੇ ਜ਼ੁਲਮੀ ਸਰਕਾਰ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਤਾਂ ਉਹਨਾਂ ਦਾ ਜਿਹੜਾ ਮੂੰਹ ਤੋੜ ਜਵਾਬ ਦਿੱਤਾ ਸਾਡੇ ਜੁਝਾਰੂ ਯੋਧਿਆਂ ਨੇ। ਸੋ ਇੱਥੇ ਦਰਬਾਰ ਸਾਹਿਬ ਦੇ ਵਿੱਚ ਇੱਕ ਮੋਰਚਾ ਲੱਗਿਆ ਹੋਇਆ ਜਿਹੜੇ ਕਿ ਕੁਝ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਨੇ ਸ਼੍ਰੋਮਣੀ ਕਮੇਟੀ ਦੇ ਉੱਪਰ। ਸਾਡੇ ਨਾਲ ਭਾਈ ਗੁਰਮੀਤ ਸਿੰਘ ਵਡਾਲਾ ਜੀ ਜਿਹੜੇ ਮੁੱਖ ਸੇਵਾਦਾਰ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ। ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹ ਮੋਰਚਾ ਕਿਸ ਚੀਜ਼ ਦੇ ਬਾਬਤ ਹੈ। ਜਿਹੜੇ ਸਵਾਲ ਖੜ੍ਹੇ ਹੁੰਦੇ ਨੇ ਸ਼੍ਰੋਮਣੀ ਕਮੇਟੀ ਦੇ, ਉਹ ਸਵਾਲਾਂ ਦੇ ਵਿਸਥਾਰ ਦੇ ਜਿਹੜੇ ਗੱਲਬਾਤ ਆ ਉਹ ਵੀ ਆਪਣੇ ਨਾਲ ਇਹ ਸਾਂਝੀ ਕਰਨਗੇ। ਸੋ ਆ ਜਾਓ ਭਾਈ ਸਾਹਿਬ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬੜਾ ਜੂਨ ਦਾ ਮਹੀਨਾ ਜਿਹੜਾ ਹੁੰਦਾ ਜੀ ਸਾਡੇ ਸਿੱਖ ਕੌਮ ਦੇ ਲਈ ਇੱਕ ਬੜਾ ਮਹੱਤਵਪੂਰਨ ਮਹੀਨਾ ਇਹ 1 ਤੋਂ ਲੈ ਕੇ 6 ਤਰੀਕ ਹੈ ਜਿਹੜੀ, ਕਿਉਂਕਿ ਹਿੰਦ ਦੀ ਜਾਬਰ ਤੇ ਜ਼ੁਲਮੀ ਸਰਕਾਰ ਨੇ ਇੱਕ ਜ਼ਖਮ ਦਿੱਤਾ ਸਾਡੀ ਕੌਮ ਨੂੰ ਜੋ ਕਿ ਨਸੂਰ ਬਣਿਆ ਹੋਇਆ। ਥੋੜ੍ਹਾ ਜਿਹਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣੂ ਕਰਾਓ। ਜੂਨ 1984 ਘੱਲੂਘਾਰਾ ਉਹ ਯਾਦ ਹੈ ਸਿੱਖਾਂ ਲਈ ਜਿਹਨੂੰ ਯਾਦ ਕਰਨ ਦੀ ਲੋੜ ਨਹੀਂ। ਯਾਦ ਹਮੇਸ਼ਾ ਭੁੱਲਿਆਂ ਨੂੰ ਕੀਤਾ ਜਾਂਦਾ ਹੈ, ਅਤੇ ਜਿਹੜੀਆਂ ਯਾਦਾਂ ਭੁੱਲਦੀਆਂ ਹੀ ਨਾ ਹੋਣ ਉਹਨੂੰ ਯਾਦ ਕੀ ਕਰਾਂਗੇ। ਔਰ ਇਹ ਉਹ ਜ਼ਖਮ ਹੈ, ਉਹ ਯਾਦ ਹੈ ਜਿੰਨਾ ਚਿਰ ਧਰਤੀ 'ਤੇ ਸਿੱਖ ਹੈ ਜਨਮ ਤੋਂ ਲੈ ਕੇ ਅੰਤ ਤੱਕ। 84 ਜੂਨ ਘੱਲੂਘਾਰਾ ਇਹ ਜਿਹੜੇ ਜ਼ਖਮ ਨੇ ਇਹ ਕਦੇ ਭੁਲਾਏ ਨਹੀਂ ਜਾ ਸਕਦੇ, ਨਾ ਭੁੱਲਣ ਯੋਗ ਨਾ ਬਖਸ਼ਣ ਯੋਗ। ਅਕਸਰ ਆਪਾਂ ਇਹ ਸ਼ਬਦ ਵਰਤਦੇ ਹਾਂ। ਔਰ ਇਹ ਜ਼ਖਮ ਦਿੱਤੇ ਗਏ ਜਿੱਥੇ ਹਿੰਦ ਦੀ ਸਰਕਾਰ ਇੰਦਰਾ ਗਾਂਧੀ ਔਰ ਉਹਨੂੰ ਚੜ੍ਹ ਕੇ ਲਿਆਉਣ ਵਾਲੇ ਵਾਜਪਾਈ, ਅਡਵਾਨੀ, ਬਾਦਲਾਂ ਦੇ ਭੀਸ਼ਮ ਪਿਤਾਮਾ ਨੇ। ਉਦੋਂ ਬਾਅਦ ਫਿਰ ਬਾਦਲ ਆ ਜਾਂਦੇ ਆ ਅਤੇ ਕੁਰਸੀਆਂ ਦੇ ਭੁੱਖੇ ਕਾਲੀ ਆ ਜਾਂਦੇ ਆ। ਇਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਡਰਾਮਾ ਰਚਿਆ ਗਿਆ ਜਿਹਦਾ ਮਕਸਦ ਸੀ ਸਿੱਖਾਂ ਦੀ ਨਸਲਕੁਸ਼ੀ, ਮੀਰੀ ਪੀਰੀ ਦੇ ਸਿਧਾਂਤ ਨੂੰ ਮਲੀਆ ਮੇਟ ਕਰਨਾ, ਅਕਾਲ ਤਖਤ ਸਾਹਿਬ ਤੇ ਹੋਰ 36 ਗੁਰੂ ਧਾਮਾਂ ਨੂੰ ਨੇਸ਼ਤਾਬੂਦ ਕਰਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਮਾਰੀਆਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀ ਲੱਗੀ। ਇੱਕ ਭਾਈ ਅਵਤਾਰ ਸਿੰਘ ਸੀ ਕੀਰਤਨ ਕਰਦੇ ਸ਼ਹੀਦ ਹੋ ਗਏ, ਉਹਨਾਂ ਦਾ ਨਾਂ ਕੋਈ ਨਹੀਂ ਲੈ ਰਿਹਾ ਕਿਉਂਕਿ ਕੀਰਤਨੀਏ ਨੇ ਅਤੇ ਕੀਰਤਨੀਆਂ ਨੂੰ ਇਹ ਲੋਕ ਸ਼ੂਦਰ ਸਮਝਦੇ ਨੇ, ਆਪਣੇ ਆਪ ਨੂੰ ਬਾਹਮਣ ਸਮਝਦੇ ਆ। ਉਹ ਸ਼ਹੀਦ ਹੋਏ। ਹੋਰ ਕਿੰਨੀਆਂ ਅਕਾਲ ਤਖਤ ਸਾਹਿਬ ਢੱਠਾ, ਅਕਾਲ ਰੈਸਟ ਹਾਊਸ, 12 ਦਰੀ, ਨਾਨਕ ਨਿਵਾਸ, ਹੋਰ ਪ੍ਰਕਰਮਾਂ ਦੀਆਂ ਘਟਨਾਵਾਂ, ਰੈਫਰੈਂਸ ਸਿੱਖ ਲਾਇਬ੍ਰੇਰੀ, ਬਹੁਤ ਸਾਰਾ ਵੱਡੇ ਪੱਧਰ 'ਤੇ ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਿਕ, ਜਾਨੀ ਅਤੇ ਮਾਲੀ ਨੁਕਸਾਨ ਸਿੱਖਾਂ ਦਾ ਹੋਇਆ ਜਿਹੜਾ ਕਿ ਕਿਸੇ ਨੇ ਬਾਹਰੋਂ ਨਹੀਂ ਕੀਤਾ, ਆਪਣੇ ਆਪ ਬਣ ਕੇ ਕੀਤਾ ਗਿਆ। ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ, ਰਾਜੇ ਸੀ ਮੁਕੱਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ, ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ, ਸੰਤਾਂ ਨਾਲ ਵੈਰ ਕਮਾਵੰਦੇ ਦੁਸ਼ਟਾਂ ਨਾਲ ਮੋਹ ਪਿਆਰ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨਵੇ ਲਾਲੋ। ਅਕਿਰਤ ਘਾਣੋ ਨੂੰ ਕਹਿੰਦੇ ਨੇ ਜਿਹੜਾ ਕਿਸੇ ਦੇ ਕੀਤੇ ਪਰਉਪਕਾਰਾਂ ਨੂੰ ਭੁੱਲ ਜਾਏ। ਭਾਰਤੀ ਲੋਕਾਂ ਤੇ ਸਿੱਖਾਂ ਨੇ 87% ਕੁਰਬਾਨੀਆਂ ਦੇ ਕੇ ਆਜ਼ਾਦੀ ਦਾ ਨਿੱਘ ਦੇ ਕੇ ਪਰਉਪਕਾਰ ਕੀਤਾ। ਅਫਸੋਸ ਭਾਰਤ ਦੀ ਬਹੁ ਗਿਣਤੀ ਲੁਕਾਈ। ਇੱਥੋਂ ਦਾ ਪ੍ਰਸ਼ਾਸਨ, ਇੱਥੋਂ ਦੀਆਂ ਅਦਾਲਤਾਂ, ਇੱਥੋਂ ਦੀਆਂ ਸਰਕਾਰਾਂ
ਇੰਨੀਆਂ ਕੁ ਅਕਿਰਤ ਘਣ ਬਣ ਗਈਆਂ ਕਿ ਪੂਰੀ ਦੁਨੀਆ ਤੇ ਅਕਿਰਤ ਘਣਤਾ ਦੀ ਮਿਸਾਲ ਸ਼ਾਇਦ ਨਾ ਮਿਲੇ, ਪਰ ਭਾਰਤੀ ਤੰਤਰ ਦੇ ਵਿੱਚੋਂ ਜ਼ਰੂਰ ਅੱਜ ਵੀ ਮਿਲਦੀ ਹੈ। ਭਾਰੇ ਭੋਏ ਅਕਿਰਤ ਘਣ ਮੰਦੀ ਹੂੰ ਮੰਦੇ, ਮੱਧ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ, ਢੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ। ਭਾਈ ਗੁਰਦਾਸ ਜੀ ਇੱਕ ਜ਼ਿਕਰ ਕਰਦੇ ਨੇ, ਕਹਿੰਦੇ ਕੁੱਤੇ ਦੀ ਖੋਪਰੀ ਮਾੜੀ ਹੈ, ਸ਼ਰਾਬ ਮਾੜੀ ਹੈ, ਉਹਦੇ ਵਿੱਚ ਜਿਹੜਾ ਸੀਗਾ ਬੰਦੇ ਦੀ ਖੋਪੜੀ 'ਚ ਸ਼ਰਾਬ ਪਾ ਕੇ ਕੁੱਤੇ ਦਾ ਮਾਸ ਰਿੰਨਿਆ ਗਿਆ, ਉਹਨੂੰ ਵੀ ਢੱਕ ਕੇ ਖੜਿਆ ਜਾ ਰਿਹਾ। ਤੇ ਪੁੱਛਿਆ ਵੀ ਬੀਬੀ ਇਹ ਕੀ ਲਈ ਜਾਨੀ ਹੈ? ਉਹ ਕਹਿੰਦੀ ਬੜੀਆਂ ਮਾੜੀਆਂ ਚੀਜ਼ਾਂ ਨੇ, ਪਰ ਇਸ ਲਈ ਢੱਕੀਆਂ ਨੇ ਕਿ ਇਹਨਾਂ ਤੋਂ ਮਾੜੀ ਅਕਿਰਤ ਘਣ ਦੀ ਨਜ਼ਰ ਹੈ। ਉਹ ਅਕਿਰਤ ਘਣ ਜਿਹੜੇ ਨੇ ਇੰਦਰਾ ਗਾਂਧੀ ਦੇ ਰੂਪ ਵਿੱਚ, ਵਾਜਪਾਈ, ਅਡਵਾਨੀ ਔਰ ਇਹ ਬਾਦਲ ਕੋੜਮਾ ਤੇ ਇਹ ਕੁਰਸੀਆਂ ਦੇ ਭੁੱਖੇ ਕਾਲੀ ਦਲ, ਇਹ ਵੇਖੇ ਜਾ ਸਕਦੇ ਨੇ ਜਿਨ੍ਹਾਂ ਨੇ ਘੱਲੂਘਾਰਾ ਕਰਵਾਇਆ। ਜ਼ਬਰ ਤੇ ਜ਼ੁਲਮ ਦੇ ਖਿਲਾਫ ਜੂਝਣ ਵਾਲੇ ਸਾਡੇ ਬਾਬਿਆਂ ਨੇ ਜ਼ੁਲਮ ਲਈ ਵੰਗਾਰ, ਜ਼ਾਲਮ ਲਈ ਤਲਵਾਰ, ਮਜ਼ਲੂਮ ਲਈ ਪਹਿਰੇਦਾਰ ਬਣਦਿਆਂ ਜਬੇ ਬਾਣ ਲਾਗਿਓ ਤਬੈ ਰੋਸ ਜਾਗਿਓ। ਸਿੱਖ ਰਾਜਨੀਤਿਕ, ਸਮਾਜਿਕ, ਆਰਥਿਕ ਧੱਕੇ ਖਾ ਸਕਦਾ ਹੈ, ਪਰ ਜਦੋਂ ਧਾਰਮਿਕਤਾ ਦੀ ਸੱਟ ਵੱਜਦੀ ਹੈ ਫਿਰ ਉਹਦੇ ਅੰਦਰ ਇੱਕ ਉਹ ਉਵਾਲਾ ਫੁੱਟਦਾ ਹੈ, ਉਹ ਜਵਾਲਾ ਫੁੱਟਦੀ ਹੈ ਜਿਹਨੂੰ ਰੋਕਿਆ ਨਹੀਂ ਜਾ ਸਕਦਾ। ਫਿਰ ਉਹ ਬਾਬਾ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਸ਼ਹੀਦ ਜਰਨਲ ਸੁਬੇਗ ਸਿੰਘ ਤੇ ਹੋਰ ਬੇਅੰਤ ਮਰਜੀਵੜੇ ਸਿੱਖ ਬਣ ਕੇ 31 ਦੇ 51 ਉਹ ਪਾਉਂਦੇ ਨੇ ਜਿਹੜੇ ਪਾਏ ਗਏ। ਤੇ ਬੇਨਤੀ ਕਰਾਂਗਾ ਕਿ ਇਹ ਘੱਲੂਘਾਰੇ ਦੇ ਜ਼ਖਮ ਨੂੰ ਭੁੱਲਣਾ ਸਾਡੇ ਲਈ ਮਾੜਾ ਹੋਊ, ਯਾਦ ਰੱਖਣਾ ਚੰਗਾ ਹੈ। ਔਰ ਅੱਜ ਅਸੀਂ ਉਹਦੇ 'ਚ ਮੈਂ ਦੱਸ ਦਿੰਦਾ ਕਿ ਪਹਿਲ ਕਦਮੀ ਵੀ 37 ਸਾਲਾਂ ਦੇ ਵਿੱਚ ਇੱਕ ਅੱਜ ਨਵੀਂ ਗੱਲ ਹੋਈ ਕਿ ਜਦੋਂ ਅਟੈਕ ਕਰਵਾਇਆ ਗਿਆ ਉਦੋਂ ਵੀ ਬਾਦਲ ਕੇ ਅੱਗੇ ਸੀ, ਖੁਦ ਬਾਦਲ ਅੱਗੇ ਸੀ। ਅੱਜ ਘੱਲੂਘਾਰੇ ਦੀ ਅਰਦਾਸ ਹੋ ਰਹੀ ਹੈ ਤੇ ਬਾਦਲ ਕਾ ਕੋੜਮਾ ਫਿਰ ਅੱਗੇ ਆ। ਪਰ ਅਸੀਂ ਅੱਜ ਅਰਦਾਸ ਕਰਕੇ ਆਏ ਹਾਂ ਵੱਖਰੇ ਤੌਰ ਤੇ ਸਿੱਖ ਸੰਗਤ ਨੂੰ ਅਪੀਲ ਕਰਦੇ, ਸੰਗਤ ਜੀ ਬਾਦਲਾਂ ਵੱਲੋਂ ਕੀਤੀ ਜਾਣ ਵਾਲੀ ਅਰਦਾਸ ਵਿੱਚ ਸ਼ਾਮਲ ਨਾ ਹੋਇਓ, ਆਪਣੀ ਅਰਦਾਸ ਆਪ ਕਰਿਓ ਤਾਂ ਜੋ ਸਾਡੀ ਨਵੇਕਲੀ ਪਛਾਣ ਬਣ ਜਾਏ। ਜੇ ਸਰਕਾਰੀ ਸੰਤਾ ਸਿੰਘ ਨਿਹੰਗ ਦਾ ਬਣਾਇਆ ਹੋਇਆ ਅਕਾਲ ਤਖਤ ਸਿੱਖਾਂ ਪ੍ਰਵਾਨ ਨਹੀਂ ਕੀਤਾ ਤੇ ਬਾਦਲਾਂ ਵੱਲੋਂ ਕੀਤੀ ਅਰਦਾਸ ਵੀ ਪ੍ਰਵਾਨ ਨਾ ਕਰਿਓ। ਜੇ ਕੋੜਮਾ ਬਚਾਉਣਾ ਹੈ, ਬੱਚਿਆਂ ਨੇ ਇਨਸਾਫ ਲੈਣਾ ਹੈ, ਅਸਲ ਦੋਸ਼ੀ ਨੰਗੇ ਕਰਨੇ ਆ, ਘਟਨਾਵਾਂ ਤੋਂ ਸਿੱਖਣਾ ਹੈ, ਆਉਣ ਵਾਲਾ ਭਵਿੱਖ ਵਿੱਚ ਕੋਈ ਇਦਾਂ ਦਾ ਘੱਲੂਘਾਰਾ ਨਾ ਵਾਪਰੇ, ਸੁਚੇਤ ਹੋਣਾ ਹੈ ਤੇ ਫਿਰ ਆਪਣੀ ਅਰਦਾਸ ਆਪ ਕਰਿਓ ਤੇ ਨਾ ਘਟਨਾਵਾਂ ਤੋਂ ਸਿੱਖਿਓ, ਨਾ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ ਹੈ। ਬਿਲਕੁਲ ਜੀ। ਬਡਾਲਾ ਸਾਹਿਬ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ, ਤੁਸੀਂ ਮੁੱਖ ਸੇਵਾਦਾਰ, ਇਹਦੀ ਲੋੜ ਕਿਉਂ ਪਈ, ਕਿੱਥੋਂ ਹੋਂਦ ਚਾਹੀਏ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਵਿੱਤਰ ਕਲਾਮ ਨੇ ਪੰਚੈਤੀ, ਉਹਦੇ ਵਿੱਚ ਪੰਚਾਇਤ ਬੈਠੀ ਹੋਈ ਹੈ, ਭਗਤਾਂ ਦੀ, ਗੁਰਸਿੱਖਾਂ ਦੀ, ਗੁਰੂ ਸਾਹਿਬਾਨਾਂ ਦੀ, ਭੱਟ ਸਾਹਿਬਾਨਾਂ ਦੀ। ਇਹ ਪਿਤਾ ਪੁਰਖੀ ਨਹੀਂ ਹੈ, ਪੰਚਾਇਤੀ ਗਿਆਨ ਹੈ, ਧੁਰ ਕੀ ਬਾਣੀ ਹੈ। ਔਰ ਜਿੱਥੇ ਉਹ ਪ੍ਰਕਾਸ਼ ਹੋਇਆ ਉਹਨੂੰ ਹਰਮੰਦਰ ਆਖਦੇ, ਉਹਦੇ ਦਰਵਾਜ਼ੇ 4 ਨੇ, ਉੱਥੇ ਕੋਈ ਵੀ ਪੌੜੀਆਂ ਚੜ੍ਹ ਸਕਦਾ ਹੈ। ਤੀਸਰੀ ਗੱਲ, ਉੱਥੇ ਨਿਜ਼ਾਮੀ ਗੁਰੂ ਪੰਥ ਬੈਠਾ ਹੋਇਆ, ਗੁਰੂ ਪੰਥ ਤਾਬਿਆ ਜਦੋਂ ਬਿਠਾਇਆ ਹੈ ਤੇ ਪੰਚਾਇਤ ਚੁਣੀ ਗਈ। ਕਲਗੀਧਰ ਪਿਤਾ ਨੇ ਮਾਨਵਤਾ 'ਚੋਂ 5 ਪਿਆਰੇ ਚੁਣੇ ਨੇ, ਪਰਿਵਾਰ ਵਿੱਚੋਂ ਨਹੀਂ। ਇਹ ਪਵਿੱਤਰ ਕਲਾਮ, ਪਵਿੱਤਰ ਨਿਜ਼ਾਮ, ਪਵਿੱਤਰ ਮੁਕਾਮ 10 ਗੁਰੂ ਸਾਹਿਬਾਨਾਂ ਨੇ ਘਾਲਣਾ ਘਾਲ ਕੇ ਸਿੱਖਾਂ ਨੂੰ ਦਿੱਤਾ ਕਿ ਲੈਣੇ ਤੋਂ ਨਾਨਕ ਕਿਵੇਂ ਹੋਣਾ ਹੈ, ਚੇਲੇ ਤੋਂ ਗੁਰੂ ਕਿਵੇਂ ਹੋਣਾ ਹੈ, ਮਨੁੱਖ ਨੇ ਪਰਮੇਸ਼ਰ ਕਿਵੇਂ ਹੋਣਾ ਹੈ, ਬੰਦੇ ਤੋਂ ਬੰਦਾ ਸਿੰਘ ਬਹਾਦਰ ਕਿਵੇਂ ਹੋਣਾ ਹੈ, ਆਪ ਵੀ ਸਤਜੁਗ ਮੰਨਣਾ ਹੈ ਤੇ ਮਾਨਵਤਾ ਨੂੰ ਸਤਜੁਗ ਕਿਵੇਂ ਦੇਣਾ ਹੈ। ਇਹ ਸਾਡਾ ਘਰ ਹੈ ਔਰ ਗੁਰਦੁਆਰਾ ਮਾਨਵਤਾ ਦਾ ਫਿਊਚਰ ਹੈ, ਜਿੱਥੇ ਨੰਗੇ ਨੂੰ ਕੱਪੜਾ, ਭੁੱਖੇ ਨੂੰ ਅੰਨ, ਬਿਮਾਰ ਨੂੰ ਦਵਾਈ, ਆਤਮਿਕ ਜਗਿਆਸੂ ਨੂੰ ਆਤਮਿਕ ਗਿਆਨ ਤੇ ਰਹਿਣ ਵਾਲੇ ਨੂੰ ਰਹਿਣ ਬਸੇਰਾ ਮਿਲਦਾ ਹੈ, ਲੋੜਵੰਦ ਦੀ ਮਦਦ ਹੁੰਦੀ ਹੈ। ਇਹ ਕਹਿ ਲਈਏ ਕਿ ਹਰ ਤਰ੍ਹਾਂ ਦੀ ਗੱਲ ਜਿਹੜੀ ਅਸੀਂ ਗੁਰੂ ਘਰ 'ਚੋਂ ਪੂਰੀ ਕਰ ਸਕਦੇ ਹਾਂ। ਜਿਹਦਾ ਕੋਈ ਆਸਰਾ ਨਹੀਂ, ਉਹਦਾ ਆਸਰਾ ਗੁਰੂ ਘਰ ਹੈ। ਪਰ ਉਹ ਜਦੋਂ ਗੁਰੂ ਆਸਰਾ ਜ਼ੁਲਮ ਲਈ ਵੰਗਾਰ ਬਣਦਾ ਹੈ, ਜ਼ਾਲਮ ਲਈ ਤਲਵਾਰ ਬਣਦਾ ਹੈ, ਮਜ਼ਲੂਮ ਲਈ ਪਹਿਰੇਦਾਰ ਬਣਦਾ ਹੈ ਤੇ ਫਿਰ ਕਾਰਪੋਰੇਟ ਘਰਾਣਿਆਂ ਨੂੰ ਉਹ ਹਜਮ ਨਹੀਂ ਹੁੰਦਾ।
ਪਿਤਾ ਪੁਰਖੀ ਲੋਕਾਂ ਨੂੰ ਪੰਚਾਇਤੀ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਕਿਉਂਕਿ ਉਹ ਕਹਿੰਦੇ ਸਾਡਾ ਅਮਲੀ ਮੁੱਖ ਮੰਤਰੀ ਤਾਂ ਬਣ ਸਕਦਾ ਹੈ, ਪਰ ਤੁਹਾਡਾ IAS ਜਿਹੜਾ ਉਹਦਾ ਨੌਕਰ ਹੋ ਸਕਦਾ ਹੈ। ਤੇ ਇੱਥੇ ਕੀ ਹੈ, ਇੱਥੇ ਆਪਣਾ ਭਾਵੇਂ IAS ਹੋਵੇ, ਪਰ ਜੇ ਗਵਾਂਢੀ ਦਾ ਬੱਚਾ ਪੰਚਾਇਤੀ ਗੁਣਾਂ ਦਾ ਮਾਲਕ ਹੈ, ਉਹ ਲਹਿਣਾ ਨਾਨਕ ਬਣ ਸਕਦਾ, ਸ੍ਰੀ ਚੰਦ ਨਹੀਂ। ਇਹ ਗੱਲ ਇਹਨਾਂ ਨੂੰ ਹਜਮ ਨਹੀਂ ਹੁੰਦੀ। ਔਰ ਉਹ ਜਿਹੜੀ ਗੱਲ ਉਪਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਜਦੋਂ ਕਵਿਤਾਵਾਂ ਰਚੀਆਂ, ਗੁਰੂ ਸਾਹਿਬ ਦੇ ਬਰਾਬਰ ਗੱਦੀਆਂ ਲੱਗੀਆਂ, ਹਰਮੰਦਰ ਦੇ ਸਾਹਮਣੇ ਨਕਲ ਕਰਕੇ ਦੁੱਖ ਨਿਵਾਰਨ ਗੁਰਦੁਆਰੇ ਬਣੇ, ਪ੍ਰਿਥੀ ਚੰਦਾਂ ਨੇ ਬਣਾਏ, ਤਾਂ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਇਸੇ ਤਰ੍ਹਾਂ ਮੋਰਚੇ ਲਾਏ, ਸੰਗਤਾਂ ਨੂੰ ਜਾਗਰੂਕ ਕੀਤਾ ਵੀ ਗੁਰੂ ਦੀ ਗੋਲਕ ਵੀ ਬਚਾਓ, ਸਿਧਾਂਤ ਵੀ ਬਚਾਓ, ਸਿੱਖੀ ਸਰਮਾਇਆ ਵੀ ਬਚਾਓ, ਆਪ ਵੀ ਬਚੋ, ਧਰਮ ਦੇ ਨਾਂ ਤੇ ਪਖੰਡ ਵਿੱਚ ਨਾ ਗਵਾਚ ਜਾਇਓ। ਫਿਰ ਲੋੜ ਪਈ ਸਿੰਘੇ ਮਸੰਦ ਰਾਮ ਰਾਈਆਂ ਨੂੰ ਨੱਥ ਪਾਈ ਬਾਬਾ ਮੱਖਣ ਸ਼ਾਹ ਲਵਾਣਾ ਜੀ ਨੇ। ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਤੋਂ ਬਾਅਦ 100 ਸਾਲ ਪਹਿਲਾਂ ਸ਼ਹੀਦ ਭਾਈ ਲਛਮਣ ਸਿੰਘ ਸਾਕਾ ਨਨਕਾਣਾ ਸਾਹਿਬ ਧਾਰੋਵਾਲੀ, ਨਰੈਣੂ ਮਹੰਤਾਂ ਨੇ ਜੋ ਗੁਰਦੁਆਰਿਆਂ ਦਾ ਮਲੀਆ ਮੇਟ ਮਾਣ ਮਰਜ਼ਾਦਾ ਕੀਤੀ, ਉਹਨਾਂ ਮਹੰਤਾਂ ਦਾ ਸਫਾਇਆ ਕਰਨ ਲਈ ਭਾਈ ਸਾਹਿਬ ਨੇ ਸ਼ਹੀਦੇ ਜਾਮ ਪੀ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਜਾਨ ਪਾਈ। ਇਹ ਸਾਡਾ ਪ੍ਰਬੰਧ ਹੋਂਦ ਵਿੱਚ ਆਇਆ। ਅਫਸੋਸ ਅੱਜ 100 ਸਾਲ ਬਾਅਦ ਇਲੈਕਸ਼ਨ ਸਿਸਟਮ ਸਾਡੇ ਗਲ ਪਿਆ, ਸਰਕਾਰਾਂ ਗੁਰਦੁਆਰਿਆਂ ਦੀਆਂ ਚੋਣਾਂ ਕਰਵਾਉਣ ਲੱਗ ਗਈਆਂ, ਸਿਆਸੀ ਬੰਦੇ ਚੋਣਾਂ ਲੜਨ ਲੱਗ ਗਏ, ਹਾਲਾਤ ਗੁਰਦੁਆਰਿਆਂ ਦੇ ਪਹਿਲਾਂ ਨਾਲੋਂ ਵੀ ਬਦਤਰ ਬਣ ਗਏ। ਇੱਥੋਂ ਤੱਕ ਗਿਰਾਵਟ ਆ ਗਈ ਕਿ ਇਸ ਬਾਦਲ ਕੋੜਮੇ ਨੇ ਗੁਰੂ ਘਰ ਦੀਆਂ ਗੋਲਕਾਂ ਖਾਧੀਆਂ, ਜ਼ਮੀਨਾਂ ਖਾਧੀਆਂ, ਲੰਗਰ ਖਾ ਗਏ, ਕੜਾ ਪ੍ਰਸ਼ਾਦ ਖਾ ਗਏ, ਡੂਨੇ ਖਾ ਗਏ, ਬਾਲਣ ਖਾ ਗਏ ਲੰਗਰਾਂ ਦੇ, ਜ਼ਮੀਨਾਂ ਖਾ ਗਏ, ਪਤਾ ਨਹੀਂ ਕੀ ਕੀ ਛਕ ਗਏ, ਇੰਨੇ ਗਰਕ ਗਏ ਕਿ ਹੁਣ 328 ਸਰੂਪ ਮਹਾਰਾਜ ਜੀ ਦਿਓ ਵੀ ਚੋਰੀ ਵੇਚ ਕੇ ਖਾ ਗਏ। ਇਲੈਕਸ਼ਨ ਸਿਸਟਮ 'ਚ ਫਸ ਗਏ ਆ। ਹੁਣ ਇਹਨਾਂ ਨੂੰ ਕੱਢਣ ਵਾਸਤੇ ਇਲੈਕਸ਼ਨ ਹੀ ਸਾਡੇ ਕੋਲ ਢੰਗ ਰਹਿ ਗਿਆ। ਇਸ ਲਈ 2016 ਦੇ ਵਿੱਚ 22 ਮਾਰਚ ਨੂੰ 100 ਸਾਲ ਬਾਅਦ ਮੁੜ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਆਰੰਭਤਾ ਕੀਤੀ, ਸਿੱਖ ਸਦਭਾਵਨਾ ਦਲ ਦੀ ਸਥਾਪਨਾ ਕੀਤੀ, ਤਾਂ ਜੋ ਬਾਦਲਾਂ ਦਾ ਬਦਲਾ ਨਹੀਂ ਬਦਲ ਦਿੱਤਾ ਜਾਏ ਆਉਣ ਵਾਲੀ ਪਨੀਰੀ ਨੂੰ, ਕਿ ਅਸਲੀ ਬਦਲਾਅ ਲਿਆਉਣਾ ਹੈ। ਸਿਆਸਤ ਦੀ ਦਖਲ ਅੰਦਾਜ਼ੀ ਬੰਦ ਕਰਨੀ ਹੈ, ਗੋਲਕ ਚੋਰਾਂ ਤੇ ਕਮਿਸ਼ਨ ਬਿਠਾਉਣੇ ਨੇ, ਗੁਰੂ ਗ੍ਰੰਥ ਪੰਥ ਦਾ ਅਦਬ ਸਤਿਕਾਰ ਬਹਾਲ ਕਰਨਾ ਹੈ, ਸਿੱਖ ਬੱਚਿਆਂ ਦੀ ਐਜੂਕੇਸ਼ਨ, ਮੈਡੀਕਲ, ਉਹਨਾਂ ਦੀ ਕਮਾਈ, ਦਵਾਈ, ਪੜ੍ਹਾਈ, ਸੇਫਟੀ, ਉਹਨਾਂ ਦਾ ਫਿਊਚਰ, ਇਹ ਸਾਰਾ ਜਿਹੜਾ ਉਹ ਬਹਾਲ ਕੀਤਾ ਜਾ ਸਕੇ। ਇਸ ਲਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਲੋੜ ਜਿੱਥੇ ਜਿੱਥੇ ਵੀ ਪਈ ਸਾਡੇ ਬਜ਼ੁਰਗਾਂ ਸ਼ੁਰੂ ਕੀਤੀ, ਅੱਜ ਫਿਰ ਲੋੜ ਪਈ ਤੇ ਸ਼ੁਰੂ ਕੀਤੀ ਗਈ। ਸਿੰਘ ਸਾਹਿਬ, ਮੈਨੂੰ ਪਤਾ ਲੱਗਿਆ ਵੀ ਪਹਿਲਾਂ ਵੀ 328 ਸਰੂਪਾਂ ਨੂੰ ਲੈ ਕੇ ਅੰਦਰ ਗੁਰੂ ਘਰ ਦੇ ਆਪਣੇ ਦਰਬਾਰ ਸਾਹਿਬ ਦੇ ਵਿੱਚ ਇੱਕ ਮੋਰਚਾ ਲਾਇਆ ਗਿਆ ਸੀਗਾ। ਮੈਨੂੰ ਲੱਗਦਾ ਸਤਿਕਾਰ ਕਮੇਟੀ ਜਿਹਦੇ ਵਿੱਚ ਮੱਖੂ ਸਾਹਿਬ ਹੋਣਾ ਵਰਗੇ, ਖੋਸਾ ਸਾਹਿਬ ਹੋਣਾ ਵਰਗੇ ਕਈ ਸਾਡੇ ਆਗੂ ਸੀਗੇ, ਤੇ ਉਹ ਕਮੇਟੀ ਵਾਲਿਆਂ ਨੇ ਤੁਹਾਡੇ ਨਾਲ ਕੋਈ ਰਾਬਤਾ ਕਾਇਮ ਕੀਤਾ, ਤੇ ਉਹਨਾਂ ਦਾ ਜਿਹੜਾ ਉੱਥੇ ਕੀ ਮਤਲਬ ਅੰਦਰ ਕਾਰਵਾਈ ਹੋਈ ਸ਼੍ਰੋਮਣੀ ਕਮੇਟੀ ਵੱਲੋਂ ਵੀ, ਉਹ ਮੁੜ ਕੇ ਜਿਹੜਾ ਮੋਰਚਾ ਹੈ ਉਹ ਤਾਰ ਪੀਟੋ ਹੀ ਹੋ ਗਿਆ। 328 ਸਰੂਪ ਮਹਾਰਾਜ ਜੀ ਦੇ ਬਾਦਲ ਕਿਆਂ ਨੇ ਚੋਰੀ ਵੇਚੇ, ਉਹਨਾਂ ਦਾ ਇਨਸਾਫ ਮੰਗਣ ਲਈ ਸਿੱਖ ਸੰਗਤਾਂ ਨੇ ਮੋਰਚਾ ਲਾਇਆ। 40 ਦਿਨਾਂ ਬਾਅਦ ਉਸ ਮੋਰਚੇ ਨੂੰ ਬਾਦਲ ਕੋੜਮੇ ਨੇ ਆਪਣੇ ਗੁੰਡਾ ਬ੍ਰਿਗੇਡ ਰਾਹੀਂ ਉਹ ਕੁੱਟਮਾਰ ਕੀਤੀ ਜਿਹੜੀ 100 ਸਾਲ ਪਹਿਲਾਂ ਨਰੈਣੂ ਮਹੰਤ ਨੇ ਕੀਤੀ ਸੀ। ਉਹੀ ਦ੍ਰਿਸ਼ ਸੀ, ਸਾਰਾ ਉਵੇਂ ਹੀ ਹੋਇਆ। ਔਰ ਉਹ ਜਿਹੜਾ ਮੋਰਚਾ ਸੀ ਤਾਰਪੀੜ ਹੋਇਆ। ਉਸੇ ਦੀ ਤਰਜਮਾਨੀ ਕਰਦਿਆਂ 4 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸਿੱਖ ਸਦਭਾਵਨਾ ਦਲ ਅਕਾਲ ਬੁੰਗਾ ਸਾਹਿਬ ਬਾਬਾ ਫੌਜਾ ਸਿੰਘ ਹੋਣਾ ਨੇ ਅਰਦਾਸ ਕੀਤੀ। ਉਹਦੀ ਤਰਜਮਾਨੀ ਕਰਦਿਆਂ ਪੰਥਕ ਹੋਕੇ ਦੇ ਰੂਪ ਵਿੱਚ 4 ਨਵੰਬਰ ਤੋਂ ਬੈਠੇ ਆ, 8ਵਾਂ ਮਹੀਨਾ ਸ਼ੁਰੂ ਹੋਇਆ। ਤੇ ਉਹ ਵੀਰ ਜਿਹੜੇ ਨੇ ਵਿੱਚ ਕੋਈ ਕੁਛ ਟਾਵੇਂ ਆਉਂਦੇ ਨੇ, ਪਹਿਲਾਂ ਆਉਂਦੇ ਵੀ ਰਹੇ ਆ, ਤੇ ਹੁਣ ਉਹ ਕਦੀ ਹਾਜ਼ਰੀ ਭਰਦੇ ਆ, ਕਦੀ 1-2 ਸਰੀਰ ਕਦੇ ਆਉਂਦੇ ਆ। ਉਹਨਾਂ ਵਿੱਚੋਂ ਇੱਕ ਭਾਈ ਕਰਤਾਰ ਸਿੰਘ ਨਿਹੰਗ ਸਿੰਘ ਨੇ ਮਹਾਕਾਲ, ਇਹ ਸਾਡੇ ਤੋਂ ਪੱਕੇ ਬੈਠੇ ਹੋਏ ਆ ਇੱਥੇ, ਇਹਨਾਂ ਨੇ 8 ਮਹੀਨੇ ਇੱਥੇ ਗੁਜ਼ਾਰੇ ਆ, ਤੇ ਅਸੀਂ ਉਹ ਤਕੜੇ ਹੋ ਕੇ ਲੜ ਰਹੇ ਹਾਂ ਜੀ। 8ਵਾਂ ਮਹੀਨਾ ਸ਼ੁਰੂ ਹੋਇਆ, ਪੰਜਾਬ ਸਰਕਾਰ ਤੋਂ ਗਏ ਆ, ਮੰਤਰੀਆਂ ਦੇ ਘਰਾਂ ਦੇ ਬਾਹਰ ਕੀਰਤਨ ਕੀਤੇ ਨੇ, ਫਿਰ ਅਦਾਲਤਾਂ 'ਚ ਗਏ ਆ,
ਅਦਾਲਤਾਂ ਨੇ ਵੀ ਹੇਠਲੀਆਂ ਨੇ ਉਹੀ ਆਖਿਆ ਹੈ, ਕਦੇ ਜੱਜ ਦੀ ਬਦਲੀ ਕਰਦੇ ਹੋ, ਕਦੇ ਜੱਜ ਛੁੱਟੀ ਚਲੇ ਜਾਂਦੇ ਨੇ, ਤੇ ਕਦੇ ਜੱਜ ਕਹਿੰਦੇ ਜੀ ਇਹ ਕੇਸ ਬਣਦਾ ਨਹੀਂ। ਜਦ ਕਿ ਦੁਸ਼ਮਣ ਕਹਿ ਰਿਹਾ ਹੈ ਦੋਸ਼ੀ ਮੈਂ ਦੋਸ਼ ਕੀਤਾ ਹੈ, ਪੜਤਾਲੀਆ ਰਿਪੋਰਟ ਕਹਿ ਰਹੀ ਹੈ ਕਿ ਇਹ ਤੁਹਾਡੇ ਸਾਹਮਣੇ ਆ, ਤੇ ਸ਼ਿਕਾਇਤਕਰਤਾ ਕਹਿ ਰਿਹਾ ਮੇਰੇ ਵੱਲੋਂ ਮੁਕੱਦਮਾ ਦਰਜ ਕੀਤਾ ਜਾਏ, ਤੇ ਜੱਜ ਕਹਿ ਰਿਹਾ ਨਹੀਂ ਜੀ ਇਹ ਗੱਲ ਬਣਦੀ ਨਹੀਂ। ਦੇਖੋ ਇੰਨਾ ਇੱਥੋਂ ਤੱਕ ਇਹਨਾਂ ਦਾ ਜ਼ੋਰ ਲੱਗਿਆ, ਪਰ ਉਹਦੇ ਬਾਵਜੂਦ ਵੀ ਅਸੀਂ ਹਾਈ ਕੋਰਟ ਪਹੁੰਚ ਗਏ ਹਾਂ। ਗੁਰੂ ਕਿਰਪਾ ਕਰੇ ਕਿ ਹੁਣ ਸਾਡਾ ਜਿਹੜਾ ਉਹਨੇ ਬਹਾਲ ਭਰੋਸਾ ਕਿਵੇਂ ਰੱਖਣਾ ਹੈ, ਹਾਈ ਕੋਰਟ ਦੇਖੇ ਜਾਂ ਸੁਪਰੀਮ ਕੋਰਟ ਦੇਖੇ। ਸਾਡਾ ਫਰਜ਼ ਬਣਦਾ ਹੈ ਉੱਥੇ ਜਾਣਾ। 8 ਮਹੀਨਿਆਂ ਤੋਂ ਬੈਠੇ ਆ, ਤੇ ਕੈਪਟਨ ਸਰਕਾਰ ਜਿਹੜੀ ਉਹ ਬਾਦਲਾਂ ਦੀ ਯਾਰ ਬਣ ਗਈ ਆ, ਤੇ ਕੈਪਟਨ ਨੂੰ ਹੁਣ ਗੁਰੂ ਪੰਥ ਤੋਂ ਪਿਆਰਾ ਬਾਦਲ ਲੱਗਦਾ ਹੈ, ਜਿਹੜਾ ਕਦੇ ਇਹਦੇ ਵੱਡੇ ਵਡੇਰੇ ਢਿੱਡ ਵਜਾ ਕੇ ਗੁਰੂ ਸਾਹਿਬ ਤੋਂ ਰਾਜ ਮੰਗਦੇ ਸੀ, ਅੱਜ ਉਹਨਾਂ ਦੀਆਂ ਪੁਸ਼ਤਾਂ 'ਚ ਜੰਮਣ ਵਾਲਾ ਇਹ ਕੈਪਟਨ ਸਾਹਿਬ ਗੁਰੂ ਪੰਥ ਦੇ ਨਾਲੋਂ ਬਾਦਲਾਂ ਦਾ ਸਿੱਖ ਬਣ 'ਚ ਵਿੱਚ ਜ਼ਿਆਦਾ ਮਾਣ ਉਹ ਮਹਿਸੂਸ ਕਰ ਰਿਹਾ ਹੈ। ਤੇ ਬੈਠੇ ਹੋਏ ਆ ਜੀ, ਤੇ ਵਾਹਿਗੁਰੂ ਕਿਰਪਾ ਕਰੇ। ਸੰਗਤ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਹਾਜ਼ਰੀ ਬਣਾਓ ਯਕੀਨੀ, ਕਿਉਂਕਿ ਅਸੀਂ ਭਾਵੇਂ 7 ਸਾਲ ਬੈਠੇ ਰਹੀਏ, ਉਹਨਾਂ ਦੇ ਆਉਣ ਨਾਲ ਹੀ ਇਹ ਸਾਰਾ ਕੁਝ ਫਤਿਹ ਹੋਣਾ ਹੈ। ਤੇ ਲੋਕਾਂ ਦੇ ਵਿੱਚ ਮੈਨੂੰ ਲੱਗਦਾ ਥੋੜੀ ਜਿਹੀ ਜਾਗਰੂਕਤਾ ਦੀ ਵੀ ਘਾਟ ਆ ਕਿਤੇ ਨਾ ਕਿਤੇ, ਤੇ ਬੁਨਿਆਦੀ ਜਿਹੜੀਆਂ ਮੈਨੂੰ ਲੱਗਦਾ ਲੋਕਾਂ ਦੀਆਂ ਲੋੜਾਂ ਨੇ, ਸਾਡੇ ਪੋਲੀਟੀਕਲ ਸਿਸਟਮ ਇਹ ਇਹੋ ਜਿਹਾ ਤਿਆਰ ਕੀਤਾ ਹੋਇਆ, ਐਵੇਂ ਦਾ ਬਣਿਆ ਹੋਇਆ ਵੀ ਲੋਕ ਹਾਲੇ ਵੀ ਜਿਹੜੀਆਂ ਬੇਸਿਕ ਨੀਡਸ ਨੇ ਜਿਹੜੀਆਂ ਉਹ ਉੱਥੇ ਤੱਕ ਸੀਮਿਤ ਹੋਏ ਨੇ। ਤੇ ਮੈਂ ਇਹ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਕਮੇਟੀ ਵੱਲੋਂ ਤੁਹਾਨੂੰ 328 ਸਰੂਪਾਂ ਦਾ ਜਾਂ ਹੋਰ ਵੀ ਜਿਹੜੇ ਮਸਲੇ ਨੇ ਉਹਨਾਂ ਦੀ ਕੋਈ ਜਵਾਬਦੇਹੀ ਲੋਕਾਂ ਨੂੰ ਜਾਂ ਤੁਹਾਨੂੰ ਕੋਈ ਕੀਤੀ ਗਈ ਹੈ? ਕਿਉਂਕਿ ਉਹਨਾਂ ਨੇ ਜਿਹੜੇ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਸੀਗਾ, ਤੁਹਾਨੂੰ ਜੇ ਤੁਸੀਂ ਸੁਣਿਆ ਹੋਊਗਾ ਪਿੱਛੇ ਜੇ, ਵੀ ਉਹ ਇੱਕ ਥੋੜ੍ਹੀ ਜਿਹੀ ਮਿਸਟੇਕ ਸੀਗੀ, ਹਾਲਾਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਛ ਨਹੀਂ ਹੈਗਾ। ਇਹ ਇੰਨੇ ਇਰਰਿਸਪੌਂਸੀਬਲ ਕਿਵੇਂ ਹੋ ਸਕਦੇ ਨੇ? ਇਹ ਤਾਂ ਬਾਦਲਾਂ ਦਾ ਬੀਬਾ ਪੁੱਤਰ ਆ, ਜਥੇਦਾਰ ਨਹੀਂ। ਜੋ ਉਹ ਕਹਿੰਦੇ ਨੇ ਉਹ ਬੀਬਾ ਬੱਚਾ ਬਣ ਕੇ ਉਵੇਂ ਹੀ ਬੋਲਦਾ ਹੈ। ਇਹ ਤੋਤਾ ਆ ਪਿੰਜਰੇ ਦਾ। ਜਥੇਦਾਰ ਹੁੰਦਾ ਤੇ ਜਥੇਦਾਰਾਂ ਵਾਲੀ ਗੱਲ ਜ਼ਰੂਰ ਹੁੰਦੀ। ਇੱਕ 10 ਰੁਪਈਆਂ ਦਾ ਨੋਟ ਗਵਾਚ ਜਾਏ, ਲੱਭਿਆ ਜਾਂਦਾ ਹੈ। ਨਕਲੀ ਕਰੰਸੀ 10 ਰੁਪਈਆਂ ਦੀ ਬਣਾ ਲਓ, ਜੇਲ੍ਹ ਜਾਣਾ ਪੈਂਦਾ ਹੈ। ਇੱਕ ਕੰਪਨੀ ਮੋਬਾਈਲ ਬਣਾਉਂਦੀ ਹੈ, ਕੋਈ ਕੱਪੜਾ ਬਣਾਉਂਦਾ ਹੈ, ਹਰ ਬੰਦੇ ਨੇ ਆਪਣੀ ਮੋਹਰ ਲਾਈ ਹੈ, ਮੇਰੀ ਚੀਜ਼ ਕਿਹਨੂੰ ਕਿੱਥੇ ਗਈ ਹੈ। ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇੰਨਾ ਹਲਕੇ 'ਚ ਲੈ ਲਿਆ ਵੀ ਸਾਨੂੰ ਪਤਾ ਹੀ ਨਹੀਂ ਜੀ ਅਸੀਂ ਕਿੱਥੋਂ ਲੱਭਦੇ ਫਿਰੀਏ। ਜੇ ਲੱਭ ਨਹੀਂ ਸਕਦੇ, ਗੁਰੂ ਦੀਆਂ ਗੋਲਕਾਂ ਤੇ ਇਹ ਐਸ਼ ਪ੍ਰਸਤੀ ਕਰਨੀ, ਘਰ ਬੈਠੋ ਨਾ, ਲਾਲ ਬੱਤੀਆਂ ਲਾ ਕੇ ਗਨਮੈਨ ਲੈ ਕੇ ਉੱਥੇ ਘੁੰਮਦੇ ਹੋ ਤੁਸੀਂ, ਰੋਜ਼ ਗੁਰੂ ਦੀਆਂ ਗੋਲਕਾਂ 'ਚੋਂ ਆਏ 5-5 ਕਿਲੋ ਦੁੱਧ ਡਕਾਰ ਜਾਂਦੇ ਹੋ ਬਦਾਮਾਂ ਦੇ ਨਾਲ। ਜੇ ਤੁਸੀਂ ਗੁਰੂ ਘਰ ਦਾ ਕੁਝ ਸਵਾਰ ਨਹੀਂ ਸਕਦੇ, ਫਿਰ ਘਰੇ ਬੈਠੋ। ਔਰ ਇਹ ਇਹਦੇ ਲਈ ਵੱਡਾ ਇਹ ਗੁਨਾਹਗਾਰ ਨੇ। ਇਹ ਜਿੰਨਾ ਜ਼ਿੰਮੇਵਾਰ ਉਹ ਲੋਕ ਨੇ ਜਿਨ੍ਹਾਂ ਨੂੰ ਬੇਅਦਬੀ ਕਾਂਡ ਦੇ ਦੋਸ਼ੀ ਦੱਸਦੇ ਆ, ਉਦੋਂ ਵੱਧ ਇਹ ਲੋਕ ਨੇ ਜਿਨ੍ਹਾਂ ਨੇ ਗੁਰੂ ਪੰਥ ਦੇ ਅਲੰਬਰਦਾਰ ਬਣ ਕੇ ਇਹ ਨੁਕਸਾਨ ਕਰ ਰਹੇ ਨੇ। ਜੇ ਜ਼ਿੰਮੇਵਾਰੀ ਤੁਸੀਂ ਨਹੀਂ ਨਿਭਾ ਸਕਦੇ, ਫਿਰ ਲਾਂਭੇ ਹੋ ਜਾਣਾ ਚਾਹੀਦਾ ਇਹਨਾਂ ਨੂੰ। ਫਿਰ ਇਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਸਜ਼ਾਵਾਂ ਲਾ ਦਿੱਤੀਆਂ, ਕਿਸੇ ਨੂੰ ਝਾੜੂ ਮਰਵਾਤਾ, ਕਿਸੇ ਨੂੰ ਕੁਝ ਕਰਤਾ। ਤੇ ਮੈਂ ਕਹਿੰਦਾ ਫਿਰ ਜਿਹੜੇ ਜੇਲ੍ਹਾਂ 'ਚ ਦਿੱਤੇ ਨੇ ਬੇਅਦਬੀ ਕਾਂਡ ਦੇ, ਉਹਨਾਂ ਨੂੰ ਵੀ ਝਾੜੂ ਮਰਵਾ ਦਿਓ। ਫਿਰ ਇੱਕੋ ਜਿਹਾ ਫੈਸਲਾ ਕਰੋ ਨਾ ਜਥੇਦਾਰੀ ਵਾਲਿਆ। ਇਸ ਲਈ ਇਹ ਬੰਦੇ ਜਿਹੜੇ ਨੇ, ਇਹਨਾਂ ਨੂੰ ਗੁਰੂ ਗ੍ਰੰਥ ਤੋਂ ਵੱਧ ਬਾਦਲ ਟੱਬਰ ਪਿਆਰਾ ਆ। ਬਾਦਲ ਟੱਬਰ ਦੇ ਚਹੇਤੇ ਪਿਆਰੇ ਨੇ। ਅੱਜ 328 ਸਰੂਪਾਂ ਨੂੰ ਲੈ ਕੇ ਇਹ ਹਲਕੇ 'ਚ ਲੈ ਰਹੇ ਨੇ। ਇਹ ਕਿਉਂ ਨਹੀਂ ਮੰਨਦੇ ਕਿ ਲਿਖਤੀ ਰੂਪ ਵਿੱਚ ਮੰਨੀ ਬੈਠੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਵੇਚੇ ਨੇ, ਭੇਟਾ ਖਾ ਲਈ ਹੈ ਜੀ, ਚੋਰੀ ਵੇਚੇ ਕਿਉਂ ਨਹੀਂ ਕਹਿ ਰਹੇ। ਫਿਰ 2.5 ਲੱਖ ਅੰਗ ਜਿਹੜਾ ਸੀ ਉਹ ਗਬਨ ਹੋਇਆ, 10-12 ਲੱਖ ਅੰਗ ਅਣਅਧਿਕਾਰਤ ਛਾਪਿਆ ਗਿਆ। ਕਿੰਨੇ ਸਰੂਪ ਮਹਾਰਾਜ ਜੀ ਦੇ ਉੱਥੇ ਅਗਨ ਭੇਟ ਹੋ ਗਏ, ਕਿੰਨੀਆਂ ਇਹਨਾਂ ਨੇ ਚੋਰੀਆਂ ਰੱਖੀਆਂ। ਔਰ ਇਹਦੇ ਲਈ ਮੈਂ ਵੱਡੇ ਗੁਨਾਹਗਾਰ ਸਮਝਦਾ ਇਹਨਾਂ ਨੂੰ। ਪਰ ਅੱਜ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਵਾਹ ਵਾਸਤਾ ਨਹੀਂ। ਤੇ ਮੈਨੂੰ ਇਹ ਵੀ ਕਹਿਣਾ ਪਊਗਾ ਕਿ ਪਿਛਲੇ ਦਿਨ ਹੀ ਨਾ ਇੱਕੋ ਰਾਮ ਰਹੀਮ ਦੇ ਕੋਈ ਬੰਦਿਆਂ ਨੇ ਅਰਦਾਸ ਕਰਾਈ, ਇੱਕੋ ਗ੍ਰੰਥੀ ਨੇ ਅਰਦਾਸ ਕਰ ਦਿੱਤੀ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਰਿਹਾਈ ਬਖਸ਼ਿਓ।
ਤੋ ਕਈ ਵੀਰਾਂ ਨੇ ਉੱਥੇ ਕਮੈਂਟ ਵੀ ਕੀਤੇ, ਪਰ ਮੈਂ ਕਹਿੰਦਾ ਵੀ ਇਹਨਾਂ ਨਾਲੋਂ ਤਾਂ ਫਿਰ ਉਹ ਚੰਗਾ ਨਿਕਲਿਆ ਨਾ। ਉਹਨੂੰ ਇਹ ਪਤਾ ਵੀ ਰਾਮ ਰਹੀਮ ਨੂੰ ਰਿਹਾਈ ਗੁਰੂ ਗ੍ਰੰਥ ਸਾਹਿਬ ਦੇ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਨਹੀਂ। ਅਬਦਾਲੀ ਵੀ ਪੁੱਛਦੇ ਨੇ, ਨਾਦਰ ਪੁੱਛਦੇ ਨੇ, ਸਿੱਖਾਂ ਦੇ ਕੋਲੇ ਕਿਹੜੀ ਤਾਕਤ ਹੈ? ਕਹਿੰਦੇ ਖੰਡੇ ਦੀ ਪੌਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਉਹ ਕਹਿੰਦੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਲੈ, ਉਹਨੂੰ ਪੜ੍ਹ ਕੇ ਇਹਨਾਂ 'ਚ ਤਾਕਤ ਆਉਂਦੀ। ਇਹ ਲੋਕ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਖਾ ਰਹੇ ਆ। ਇਸ ਲਈ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਖਾ ਜਾਣ, ਇਹਨਾਂ ਲਈ ਕੋਈ ਵੀ ਗੱਲ ਕਹਿ ਦੇਣੀ ਉਹ ਜਾਇਜ਼ ਹੈ। ਤੁਹਾਨੂੰ ਨਹੀਂ ਲੱਗਦਾ ਇਹਦੇ ਪਿੱਛੇ ਹੋਰ ਬੜੀ ਹਿਡਨ ਸਿਆਸਤਾਂ ਨੇ, ਜਿਹੜੀਆਂ 328 ਸਰੂਪਾਂ ਦੀ ਆਪਾਂ ਗੱਲ ਕਰਦੇ ਹਾਂ, ਇਹਦੇ ਪਿੱਛੇ ਕੋਈ ਹੋਰ ਸਿਆਸਤ, ਕੁਝ ਪਿੱਛੇ ਲੋਕ ਨਹੀਂ ਬੈਠੇ? ਤੁਹਾਨੂੰ ਲੱਗਦਾ ਹੈਗਾ ਵੀ ਇਹ ਬਾਦਲ ਕੇ ਤਾਂ ਸਿਰਫ ਮੂਹਰੇ ਕਹਿ ਲਓ ਵੀ ਪਾਪਟ ਦੀ ਤਰ੍ਹਾਂ ਕੰਮ ਕਰ ਰਹੇ ਨੇ? ਪਿੱਛੇ ਇਹਨਾਂ ਦੇ ਬਹੁਤ ਕੁਛ ਹੈ ਜੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਵਾਂ ਵੇਦ ਘੋਸ਼ਿਤ ਕਿਵੇਂ ਕਰਨਾ ਹੈ, ਹਰਮੰਦਰ ਸਾਹਿਬ ਜੀ ਨੂੰ ਬਾਬਰੀ ਮਸਜਿਦ ਦੀ ਤਰ੍ਹਾਂ ਮੰਦਿਰ ਕਿਵੇਂ ਬਣਾਉਣਾ ਹੈ, ਔਰ ਸਿੱਖਾਂ ਨੂੰ ਜਾਂ ਗੁਰੂ ਨਾਨਕ ਸਾਹਿਬ ਨੂੰ ਵਿਸ਼ਨੂੰ ਦਾ ਅਵਤਾਰ ਕਿਵੇਂ ਦੱਸਣਾ ਹੈ, ਜਿਵੇਂ ਰਾਮ ਦੀਆਂ ਇੱਟਾਂ ਨਿਕਲੀਆਂ ਉੱਥੋਂ। ਇਹ ਸਾਰਾ ਕੁਛ ਜਿਹੜਾ ਆ, ਅਗਰ ਬਾਦਲ ਕੇ 10 ਕੁ ਸਾਲ ਹੋਰ ਰਹਿ ਗਏ ਗੁਰਦੁਆਰਿਆਂ 'ਚ, ਤੇ ਇਹ ਸਾਰਾ ਕੁਛ ਕਰਕੇ ਹੀ ਜਾਣਗੇ, ਲੱਗੇ ਹੋਏ ਨੇ। ਇਹਦੇ ਪਿੱਛੇ ਉਹੀ ਮਨਸਾ ਹੈ, ਹੋਰ ਕੋਈ ਨਹੀਂ। ਬਿਲਕੁਲ। ਇੱਟਾਂ ਵਾਲੀ ਤੁਸੀਂ ਗੱਲ ਕੀਤੀ ਹੈ, ਮੈਂ ਵੀ ਇਹ ਕਿਤੇ ਪੜ੍ਹਿਆ ਵੀ ਸਕੱਤਰੇ ਦੇ ਨੇੜੇ ਕੁਝ ਇੱਟਾਂ ਨੇ ਜਿਨ੍ਹਾਂ ਦੇ ਉੱਪਰ ਰਾਮ ਲਿਖਿਆ ਹੋਇਆ ਸੀਗਾ। ਥੋੜ੍ਹਾ ਜਿਹਾ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣੂ ਕਰਾ ਦਿਓ। ਰਾਮ ਸ਼ਬਦ ਲਿਖੀਆਂ ਹੋਈਆਂ ਇੱਟਾਂ ਦਰਬਾਰ ਸਾਹਿਬ ਦੀ ਫਿਰਨੀ, ਸੀਵਰੇਜ ਤੇ ਇਰਦ ਗਿਰਦ ਲਾਈਆਂ ਜਾ ਰਹੀਆਂ ਸਨ। ਸਾਡੀ ਨਜ਼ਰ ਪਈ ਜਾਂ ਸਾਡੇ ਭਰਾਵਾਂ ਦੀ, ਉਹ ਜੁਝਾਰ ਵਾਲਿਆਂ ਦੀ ਪੈ ਗਈ। ਉਹ ਜਦੋਂ ਸੱਚ ਸਾਹਮਣੇ ਲਿਆਂਦਾ, ਹਿੰਦੂ ਜਥੇਬੰਦੀਆਂ ਦਾ ਵਿਰੋਧ ਨਾ ਕਰਨਾ, ਉਹ ਕਿਤੇ ਨਾ ਕਿਤੇ ਚਿੰਨ੍ਹ ਲਾ ਰਿਹਾ ਹੈ। ਕਿਉਂਕਿ ਰਾਮ ਸ਼ਬਦ ਲਿਖ ਕੇ ਇੱਟਾਂ ਸੀਵਰੇਜ 'ਚ ਲੱਗ ਰਹੀਆਂ ਨੇ, ਵਿਰੋਧ ਹੋਣਾ ਚਾਹੀਦਾ ਸੀ। ਮੈਂ ਕਰ ਰਿਹਾ ਇਸ ਗੱਲ ਦਾ, ਕਿਉਂਕਿ ਜੇ ਵਾਹਿਗੁਰੂ ਸ਼ਬਦ ਲਿਖ ਕੇ ਇੱਟਾਂ ਪੈਰਾਂ 'ਚ ਨਹੀਂ ਲਾਈਆਂ ਜਾ ਸਕਦੀਆਂ, ਤੇ ਰਾਮ ਸ਼ਬਦ ਲਿਖ ਕੇ ਕਿਵੇਂ ਉੱਥੇ ਲਾ ਦਿੱਤੀਆਂ ਗਈਆਂ? ਭਾਵਨਾਵਾਂ ਨਾਲ ਕਿਉਂ ਕਿਸੇ ਦੀਆਂ ਨਾਲ ਖੇਡਿਆ ਜਾਏ? ਇਹ ਗਲਤ ਹੈ ਜੀ, ਨਿਖੇਧੀ ਕੀਤੀ ਗਈ। ਔਰ ਕਿਸੇ ਉੱਥੇ ਬਹੁਤਾਤ ਜਿਹੜੇ ਆ ਅੱਜ ਰੌਲਾ ਪਾਉਂਦੇ ਨੇ ਕਈਆਂ ਗੱਲਾਂ ਤੋਂ, ਵਿਰੋਧ ਨਾ ਹੋਣਾ ਇਹ ਸੰਕੇਤ ਦਿੰਦਾ ਕਿ ਬਾਦਲ ਕਿਆਂ ਵੱਲੋਂ ਮਿਲੀ ਭੁਗਤ ਕਰਕੇ ਲਾਈਆਂ ਜਾ ਰਹੀਆਂ ਨੇ, ਤਾਂ ਜੋ ਆਉਣ ਵਾਲੇ ਸਮੇਂ 'ਚ ਹੀ ਇੱਟਾਂ ਕੱਢ ਕੇ ਇਹਨੂੰ ਰਾਮ ਮੰਦਿਰ ਜਾਂ ਕੋਈ ਹੋਰ ਮੰਦਿਰ ਘੋਸ਼ਿਤ ਕੀਤਾ ਜਾਏ ਕਿ ਆਹ ਨਿਸ਼ਾਨੀਆਂ ਜਿਹੜੀਆਂ ਨੇ ਇਹ ਕੱਢੀਆਂ ਜਾਣੀਆਂ ਨੇ ਆਉਣ ਵਾਲੇ ਸਮੇਂ 'ਚ। ਤੇ ਅਸੀਂ ਸੁਚੇਤ ਕਰਦੇ ਹਾਂ ਕਿ ਰੋਕ ਤਾਂ ਦਿੱਤੀਆਂ ਨੇ, ਪਰ ਜਿਹੜੀਆਂ ਲੱਗੀਆਂ ਨੇ ਅਜੇ ਸੰਗਤ ਜੀ ਉਹ ਪੁੱਟਣ ਵਾਲੀਆਂ ਨੇ, ਉਹਨਾਂ ਵੱਲ ਵੀ ਆਪਾਂ ਧਿਆਨ ਦੇਣਾ। ਬਿਲਕੁਲ। ਤੇ ਸਾਡੇ ਲੋਕਾਂ ਦੇ ਵਿੱਚ ਇਹ ਕਿਉਂ ਹੈ ਵੀ ਜਿਵੇਂ ਹੁਣ ਤੁਸੀਂ ਮੋਰਚਾ ਵਿੱਢਿਆ ਹੋਇਆ ਹੈ, ਤੁਸੀਂ ਕਹਿੰਦੇ ਹੋ ਵੀ ਨਾ ਅਸੀਂ ਵਿਕਾਊ ਮਾਲ ਹੈ, ਅਸੀਂ ਜੋ ਹੈ ਅਸੀਂ ਇਕੱਲੇ ਲੜਾਈ ਲੜਾਂਗੇ, ਜਦੋਂ ਤੱਕ ਲੜਨੀ ਪਈ ਉਦੋਂ ਤੱਕ ਲੜਾਂਗੇ। ਹੋਰ ਕਈ ਪੰਥਕ ਪਾਰਟੀਆਂ ਨੇ, ਉਹ ਵੀ ਕਿਤੇ ਨਾ ਕਿਤੇ ਲੜਾਈ ਦੇ ਵਿੱਚ ਹੈਗੀਆਂ ਨੇ, ਚਲੋ ਆਪਣੇ ਆਪਣੇ ਤੌਰ ਤਰੀਕੇ ਨਾਲ ਲੜ ਰਹੇ ਨੇ। ਸਾਡੇ ਵਿੱਚ ਏਕਤਾ ਕਿਉਂ ਨਹੀਂ ਆਉਂਦੀ ਹੈਗੀ? ਸਾਡਾ ਮਕਸਦ ਇੱਕ ਹੈ, ਪਹੁੰਚਣਾ ਇੱਕ ਉਹਦੇ 'ਤੇ ਹੈ, ਚੋਟੀ 'ਤੇ ਹੈ। ਅਸੀਂ ਇਕੱਠੇ ਹੋ ਕੇ ਉਹ ਲੜਾਈ ਨੂੰ ਕਿਉਂ ਨਹੀਂ ਲੜ ਸਕਦੇ? ਇਹਦੇ ਪਿੱਛੇ ਕੀ ਕਾਰਨ ਹੈ? ਇਹਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਬਹੁ ਗਿਣਤੀ ਸਾਡੇ 'ਚ ਚਿਹਰੇ ਧਾਰਮਿਕ ਨੇ, ਰਾਜਨੀਤਿਕ ਪਾਰਟੀਆਂ ਦੇ ਸਿਆਸੀ ਵਿੰਗ ਦੇ ਧਾਰਮਿਕ ਵਿੰਗ ਨੇ, ਤਾਂ ਜੋ ਧਾਰਮਿਕਤਾ ਦੀ ਤਾਕਤ ਇਹਨਾਂ ਲੋਕਾਂ ਰਾਹੀਂ ਸਿਆਸੀ ਲੋਕਾਂ ਦੇ ਥੱਲੇ ਪਾ ਦਿੱਤੀ ਜਾਏ। ਜਿਹੜੇ ਧਾਰਮਿਕ ਨੇ ਪਹਿਲਾਂ ਵੀ ਇਕੱਠੇ ਸੀ, ਅੱਜ ਵੀ ਇਕੱਠੇ ਨੇ। ਸਿਆਸੀ ਲੋਕਾਂ ਨੇ ਅਕਸਰ ਇਹ ਰੌਲਾ ਪਾਉਣਾ ਹੁੰਦਾ ਹੈ ਜੀ, ਕਿਉਂਕਿ ਉਹਨਾਂ ਨੇ ਵਿਰੋਧ ਕਰਾਉਣਾ ਤੇ ਕਰਨਾ ਹੁੰਦਾ ਹੈ। ਉਹ ਪਹਿਲਾਂ ਰੌਲਾ ਪਾ ਦਿੰਦੇ ਜੀ ਇਕੱਠੇ ਤਾਂ ਹੋਣੇ ਨਹੀਂ, ਕੁਛ ਨਹੀਂ ਹੋਣਾ। ਜਦ ਕਿ ਲੜਾਈ ਧਾਰਮਿਕ ਹੈ ਤੇ ਸਿਆਸੀ ਬੰਦਿਆਂ ਨਾਲ ਇਕੱਠੇ ਹੋਣ ਦੀ ਤਾਂ ਕੋਈ ਮਤਲਬ ਬਣਦਾ ਹੀ ਨਹੀਂ। ਅਸੀਂ ਧਾਰਮਿਕ ਹਾਂ ਤੇ ਧਾਰਮਿਕ ਅਸੀਂ ਪਹਿਲਾਂ ਹੀ ਇਕੱਠੇ ਹਾਂ, ਨਾ ਅਸੀਂ ਵੱਖ ਸੀ ਨਾ ਵੱਖ ਹੋਣਾ ਹੈ। ਤੇ ਸਾਡੇ ਲੋਕਾਂ ਨੂੰ, ਕਿਉਂਕਿ ਬਿਲਕੁਲ ਮੈਨੂੰ ਲੱਗਦਾ ਇਹਦੇ ਬਾਰੇ ਜਾਗਰੂਕਤਾ ਜਾਂ ਅਵੇਅਰਨੈਸ ਨਹੀਂ ਹੈਗੀ। ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਇੱਕ ਵੋਟ ਪ੍ਰਣਾਲੀ ਹੈ, ਮੈਨੂੰ ਨਹੀਂ ਲੱਗਦਾ ਸਾਡੇ ਲੋਕਾਂ ਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈਗੀ ਹੈ। ਸਾਡੇ ਦਰਸ਼ਕਾਂ ਨੂੰ, ਸੰਗਤ ਨੂੰ ਉਹਦੇ ਬਾਰੇ ਵੀ ਜਾਣੂ ਕਰਾ ਦਿਓ। ਉਹਦੇ ਬਾਰੇ ਮੈਂ ਬੇਨਤੀ ਕਰਦਾ ਕਿ ਗੁਰਦੁਆਰਿਆਂ 'ਚ ਪਹਿਲੀ ਗੱਲ ਤਾਂ ਚੋਣਾਂ ਚਾਹੀਦੀਆਂ ਨਹੀਂ। ਨੰਬਰ 2, ਚੋਣਾਂ ਸਰਕਾਰ ਕਿਉਂ ਕਰਾਵੇ, ਲੱਗਦੀ ਕੀ ਹੈ ਗੁਰਦੁਆਰਿਆਂ ਦੀ। ਨੰਬਰ 3, ਸਿਆਸੀ ਬੰਦੇ ਚੋਣਾਂ ਕਿਉਂ ਲੜਨ।
ਇਹ ਮਰਿਆ ਹੋਇਆ ਸੱਪ ਸਾਡੇ ਗਲ ਪੈ ਗਿਆ ਹੈ। ਹੁਣ ਲਾਉਣ ਵਾਸਤੇ ਸੰਗਤ ਨੂੰ ਅਪੀਲ ਕਰਦਾ ਹੈ ਕਿ ਬੇਸ਼ੱਕ MLA ਦੀਆਂ ਇਲੈਕਸ਼ਨਾਂ 5 ਸਾਲ 10 ਸਾਲ ਸਿੱਖ ਛੱਡ ਦੇਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਤਿਆਰੀ ਕਰਨ, ਉਹਦੀਆਂ ਵੋਟਾਂ ਬਣਾਉਣ, ਕਿਉਂਕਿ ਕਹਿੰਦੇ ਪਾਣੀ 'ਚ ਚਿੱਕੜ ਹੁੰਦਾ ਹੈ, ਪਰ ਚਿੱਕੜ ਧੁੱਪ ਦਾ ਵੀ ਪਾਣੀ ਦੇ ਨਾਲ ਹੀ ਹੈ। ਇਲੈਕਸ਼ਨ ਚਿੱਕੜ ਹੈ, ਪਰ ਇਹਨੂੰ ਹੁਣ ਉਹ ਪਾਣੀ ਦੇ ਵਿੱਚੋਂ ਕੱਢ ਕੇ ਤੇ ਪਾਣੀ ਨਾਲ ਹੀ ਉਹ ਸਾਫ਼ ਕਰਨ ਵਾਲੀ ਗੱਲ ਇੱਥੇ ਹੈ ਕਿ ਸਾਨੂੰ ਇਲੈਕਸ਼ਨ ਸਿਸਟਮ ਰਾਹੀਂ ਹੀ ਗੁਰਦੁਆਰਾ ਸਾਹਿਬ ਨੂੰ ਆਪਾਂ ਇਹਨਾਂ ਲੋਕਾਂ ਤੋਂ ਆਜ਼ਾਦ ਕਰਾ ਸਕਦੇ ਹਾਂ। ਤੇ ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਦਿੰਦਿਆਂ ਬੇਨਤੀ ਕਰਦਾ ਹੈ, ਚੋਣਾਂ ਲੜਨਾ ਸਾਡਾ ਸ਼ੌਂਕ ਨਹੀਂ ਹੈ, ਇੱਕ ਮਜਬੂਰੀ ਹੈ, ਕਿਉਂਕਿ ਸਾਡੇ ਗਲ ਪੈ ਗਿਆ ਸਿਸਟਮ। ਲੜ ਰਹੇ ਹਾਂ, ਆਓ ਉਹਨਾਂ ਚੋਣਾਂ ਦੇ ਵਿੱਚ ਸਾਡਾ ਸਾਥ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਿਆਸੀ ਬੰਦਿਆਂ ਨੂੰ ਬਾਹਰ ਕੱਢੀਏ, ਰਾਜਨੀਤਿਕ ਕੱਢ ਕੇ ਸਿੱਖ ਨੀਤੀ ਲਿਆਈਏ, ਪੰਥ ਰੁਸ਼ਨਾਈਏ, ਨਰੈਣੂ ਭਜਾਈਏ, ਤਾਂ ਜੋ ਮੁੜ ਪੰਥ ਦੀ ਬੌੜੀ ਹੋ ਸਕੇ। ਬਹੁਤ ਬਹੁਤ ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀਗੇ ਸਾਡੇ ਨਾਲ ਭਾਈ ਵਡਾਲਾ ਜੀ, ਬਲਦੇਵ ਸਿੰਘ ਵਡਾਲਾ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ, ਵਿਚਾਰ ਸਾਂਝੇ ਕੀਤੇ ਨੇ, ਮੋਰਚਾ ਵਿੱਢਿਆ ਹੋਇਆ ਇਹਨਾਂ ਨੇ ਇੱਥੇ 328 ਸਰੂਪਾਂ ਦਾ ਜਿਹੜਾ ਇਨਸਾਫ ਆ ਉਹਦੀ ਇਹ ਗੁਹਾਰ ਲਾ ਰਹੇ ਨੇ। ਸੋ ਦਰਸ਼ਕਾਂ ਨੂੰ ਵੀ, ਸੰਗਤ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਹੈ ਵੀ ਜਾਗੋ ਤੇ ਉੱਠੋ, ਜਦੋਂ ਜਾਗੇ ਉਦੋਂ ਸਵੇਰਾ। ਸੋ ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ, ਤੁਸੀਂ ਐਵੇਂ ਹੀ ਪਿਆਰ ਦਿੰਦੇ ਰਹੋ। ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ, ਗੁਰਮੀਤ ਸਿੰਘ ਦੇ ਨਾਲ।